जैस दर तो खाक से पाक हुए, सिफत कर ना सके जबान मेरी। नूरी नाम दा जाम पलाउण सकी, आसा कर पूरी मेहरबान मेरी। गुण गाउंदे रहिए दरबार सिंगा, लीला तक तक के भगवान तेरी। लीला तक तक के भगवान तेरी। वाहिगुरु जी का खालसा, वाहिगुरु जी की फतेह। गुरु रूप गुर संगत जी, ਆਪਾਂ ਸਾਰੇ ਹੀ ਮਹਾਨ ਵਡਭਾਗੇ ਹਾਂ ਜਿਨ੍ਹਾਂ ਨੂੰ ਚੰਨ ਮਿੰਟਾਂ ਸਤਿਗੁਰੂ ਦੀ ਛਤਰ ਛਾਇਆ ਥੱਲੇ ਔਰ ਮਹਾਂਪੁਰਖਾਂ ਨਾਲ ਮਿਲ ਕੇ ਇਸ ਸਤਸੰਗ ਵਿੱਚ ਆਣ ਕੇ ਆਪਣੇ ਹੀਰੇ ਅਨਮੋਲਕ ਜਨਮ ਨੂੰ ਸਫਲ ਬਣਾਉਣ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਭਾਗ ਉੱਚੇ ਹੈ। ਬਿਨਾਂ ਭਾਗਾਂ ਤੋਂ ਮਹਾਰਾਜ ਜੀ ਕਹਿੰਦੇ ਸਮਾਂ ਨਹੀਂ ਮਿਲਦਾ। ਜਦ ਅਸੀਂ ਮਹਾਂਪੁਰਖਾਂ ਨਾਲ ਮਿਲ ਕੇ ਸਤਸੰਗ ਕਰਦੇ ਹਾਂ, ਉਹਦਾ ਸਵਾਮੀ ਜੀ ਕਹਿੰਦੇ ਅਥਾਹ ਫਲ ਹੈ। ਸੰਤਾਂ ਦਾ ਹਿਰਦਾ ਵਿਸ਼ਾਲ ਹੁੰਦਾ। ਤੁਸੀਂ ਆਪਣੇ ਕੋਈ ਜੀਵਨ ਦਾ ਦੁੱਖ ਕਿਸੇ ਆਮ ਇਨਸਾਨ ਕੋਲੇ ਸੁਣਾਓ, ਉਹ ਸੁਣੇਗਾ ਵੀ ਤੇ ਥੋੜੀ ਦੂਰ ਜਾ ਕੇ ਤੁਹਾਡਾ ਮਜ਼ਾਕ ਉਡਾਊ, ਹੱਸੂਗਾ ਤੁਹਾਡੇ ਦੁੱਖ ਤੇ। ਸੰਤ ਹੁੰਦੇ ਹੈ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦਾ ਦਰਦ ਸਮਝਦੇ ਆ ਨਾ, ਜਦ ਅਸੀਂ ਮਹਾਂਪੁਰਖਾਂ ਕੋਲੇ ਆ ਕੇ ਆਪਣਾ ਕੋਈ ਦੁੱਖ ਸੁਣਾਓ, ਸਾਰੇ ਸੰਸਾਰ ਦਾ ਦੁੱਖ ਆਪਣੇ ਹਿਰਦੇ 'ਚ ਸਮਾ ਲੈਂਦੇ ਹੈ ਤੇ ਪ੍ਰਭੂ ਨੂੰ ਅਰਦਾਸ ਕਰਦੇ ਆ, ਹੇ ਵਾਹਿਗੁਰੂ ਰਹਿਮਤ ਕਰ ਇਹਨਾਂ ਸਿੱਖਾਂ ਤੇ। ਸਾਰੀ ਜ਼ਿੰਦਗੀ ਸੰਤ ਸਾਡੇ ਲਈ ਦੁਆਵਾਂ ਕਰਦੇ ਰਹਿੰਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਦੀ ਡਿਊਟੀ ਹੈ। ਜਿਵੇਂ ਮਾਪਿਆਂ ਦਾ ਫਰਜ਼ ਹੈ ਨਾ ਸਾਡਾ ਭਵਿੱਖ ਬਣਾਉਣਾ, ਚਿੰਤਾ ਹੋ ਜਾਂਦੀ ਹੈ ਜਦ ਘਰ ਵਿੱਚ ਬੱਚੇ ਪੈਦਾ ਹੋ ਜਾਂਦੇ ਨੇ ਇਨਸਾਨ ਨੂੰ, ਉਸੇ ਦਿਨ ਤੋਂ ਫਿਕਰ ਹੋ ਜਾਂਦਾ ਬਈ ਇਹਦਾ ਪਾਲਣ ਪੋਸ਼ਣ ਕਰਨਾ, ਚੰਗੀ ਵਿੱਦਿਆ ਦੇਣੀ ਹੈ ਤਾਂ ਕਿ ਇਹਦਾ ਜੀਵਨ ਉੱਚਾ ਤੇ ਸੁੱਚਾ ਬਣ ਸਕੇ, ਕਿਸੇ ਮੰਜ਼ਿਲ ਤੇ ਪਹੁੰਚੇ। ਤੇ ਗੁਰੂ ਨੂੰ ਤੇ ਸੰਤ ਲੋਕਾਂ ਨੂੰ ਸਾਰੇ ਸੰਸਾਰ ਦੀ ਚਿੰਤਾ, ਤਾਂ ਸਤਸੰਗ ਦੇ ਕੇਂਦਰ ਲਾ ਕੇ ਸਾਡੇ ਜੀਵਨ ਨੂੰ ਸਫਲ ਬਣਾਉਣ ਵਾਸਤੇ ਆ ਬ੍ਰਹਮ ਗਿਆਨ ਦਾ ਕੇਂਦਰ ਇੱਥੇ ਸਥਾਪਿਤ ਕੀਤਾ, ਜਿਹਦੇ ਵਿੱਚ ਆਪਾਂ ਅੱਜ ਸੰਗਤਾਂ ਦੀ ਧੂੜੀ ਮੱਥੇ ਨੂੰ ਲਾ ਲਓ, ਆਪਣਾ ਜਨਮ ਸਫਲ ਕਰਨ ਵਾਸਤੇ ਪਹੁੰਚਿਆ। 4 ਮਿੰਟ ਆਗਿਆ ਦਿਓ, ਰਸ਼ੀਆ ਪਵਿੱਤਰ ਕਰੋ। ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਦੇ ਜਿਹੜੇ ਸ਼ੇਰ, ਇਹਨਾਂ ਦਾ ਭਾਵੇਂ ਯੁੱਗ ਲੱਗੇ ਰਹੀਏ ਅਰਥ ਨਹੀਂ ਕਰ ਸਕਦੇ। ਚਾਰੇ ਵੇਦ ਸਵਾਮੀ ਜੀ ਮਹਾਰਾਜ ਜੀ ਨੇ ਵੇਦਾਂ ਦਾ ਅਰਕ ਕੱਢ ਕੇ ਉਹ ਸ਼ੇਰਾਂ ਦੇ ਵਿੱਚ ਜਾਣੀ ਅੰਕਿਤ ਕਰਤਾ। ਆਪਾਂ ਹੁਣ ਇੱਕ ਹਾਜ਼ਰੀ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਦੇ, ਜਿਨ੍ਹਾਂ ਨੇ ਰਹਿਮਤ ਕੀਤੀ, ਇਹ ਕਲਪ ਬਿਰਸ਼ ਦੇ ਬੂਟੇ ਲਾਏ। ਬਾਬਾ ਭਗਤ ਸਿੰਘ ਜੀ, ਸਵਾਮੀ ਮਿੱਤ ਸਿੰਘ ਜੀ ਮਹਾਰਾਜ, ਸਵਾਮੀ ਦਰਬਾਰਾ ਸਿੰਘ ਜੀ ਔਰ ਸਵਾਮੀ ਜੋਰਾ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਸਵਾਮੀ ਜਗਜੀਤ ਸਿੰਘ ਜੀਆਂ ਦੀ ਡਿਊਟੀ ਲਾ ਕੇ ਉਹਨਾਂ ਨੂੰ ਸੇਵਾ ਸੰਭਾਲ ਕੇ ਸੱਚਖੰਡ ਚਲੇ ਗਏ। ਡਿਊਟੀਆਂ ਲਾ ਕੇ ਵੀ ਸੇਵਾ ਕਰਨੀ ਹੈ ਤੇ ਕਰਵਾਉਣੀ ਹੈ, ਨਾਮ ਜਪਣਾ ਤੇ ਜਪਾਉਣਾ ਹੈ। ਉਹਨਾਂ ਦੇ ਮਹਾਂਪੁਰਖਾਂ ਦੇ ਬਚਨਾਂ ਤੇ ਪੁਸ਼ਪ ਚਾੜ ਕੇ ਸਵਾਮੀ ਜਗਜੀਤ ਸਿੰਘ ਜੀ ਤਾਂ ਹੀ ਕੈਨੇਡਾ, ਅਮਰੀਕਾ, ਇੰਗਲੈਂਡ, ਸੰਸਾਰ ਦੇ ਕੋਨੇ ਕੋਨੇ ਤੇ ਜਾ ਕੇ ਆ ਸਤਸੰਗ ਦੇ ਕੇਂਦਰ ਸੰਗਤਾਂ ਨਾਲ ਮਿਲ ਕੇ ਸਥਾਪਿਤ ਕੀਤੇ। ਕਿਉਂਕਿ ਗੁਰੂ ਨਾਨਕ ਜੀ ਦਾ ਮਿਸ਼ਨ ਹੈ ਬਈ ਨਾਮ ਜਪੋ ਤੇ ਵੰਡ ਛਕੋ। ਤਾਂ ਹੀ ਸੰਗਤ ਤੇ ਪੰਗਤ ਦੀ ਮਰਜ਼ਾਦਾ ਨੂੰ ਲੈ ਕੇ ਚੱਲੇ ਹੋਏ ਨੇ। ਤਾਂ ਇਹ ਕੇਂਦਰ ਸਥਾਪਿਤ ਕੀਤੇ ਵੀ ਸਤਸੰਗ ਕਰਨ ਵਾਸਤੇ
ਤੇ ਪੰਗਤ ਗੁਰੂ ਕੇ ਲੰਗਰ ਚੱਲਦੇ ਨੇ। ਇੰਡੀਆ 'ਚ ਵੀ ਸਵਾਮੀ ਜੀ ਮਹਾਰਾਜ ਦੇ 5 ਗੁਰਸ਼ੇਤਰ 24 ਘੰਟੇ ਚੱਲਦੇ ਆ, ਜਿੱਥੇ ਲੋੜਵੰਦ ਸੰਗਤਾਂ ਕੇ ਭੋਜਨ ਛਕਦੀਆਂ ਨੇ। ਤੇ ਉਹਨਾਂ ਦੇ ਪਵਿੱਤਰ ਸ਼ਹਿਰ ਆਪਾਂ ਹਾਜ਼ਰੀ ਲਵਾਈਏ। ਫਿਰ ਇੱਕੋ ਹੀ ਕਵਿਤਾ ਬੋਲ ਕੇ ਤੁਹਾਡੇ ਚਰਨਾਂ 'ਚ ਖੇਮਾ ਦੇ ਜਾਚਕ ਹੋਵਾਂਗੇ। ਕਾਫ ਕੈਸ ਕੋਲੇ ਜਾ ਕੇ ਦੁੱਖ ਫੋਲਾ, ਤੇਰੇ ਬਾਜ ਨਾ ਸੁਣੇ ਪੁਕਾਰ ਕੋਈ। ਅਸੀਂ ਆਪਣਾ ਆਪ ਬਰਬਾਦ ਕਰਿਆ, ਦਿਲ ਲੁੱਟ ਕੇ ਲੈ ਗਿਆ ਦਿਲਦਾਰ ਕੋਈ। ਹੁੰਦੇ ਖੁਸ਼ੀਆਂ ਦੇ ਹਮਦਰਦ ਸਾਰੇ, ਵੇਲੇ ਦੁੱਖਾਂ ਦੇ ਲਵੇ ਨਾ ਸਾਰ ਕੋਈ। ਜਿੱਥੇ ਹੋਣ ਇਨਸਾਫ ਦਰਬਾਰ ਸਿੰਘਾ, ਤੇਰੇ ਜਿਹੀ ਨਾ ਸੱਚੀ ਸਰਕਾਰ ਕੋਈ। ਜਿੱਥੇ ਹੋਣ ਇਨਸਾਫ ਦਰਬਾਰ ਸਿੰਘਾ, ਤੇਰੇ ਜਿਹੀ ਨਾ ਸੱਚੀ ਸਰਕਾਰ ਕੋਈ। ਮਹਾਂਪੁਰਖਾਂ ਦੀ ਸੰਗਤ ਵਿੱਚ ਆਓ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਫਿਰ ਇਹਨਾਂ ਦੀ ਸੱਚਖੰਡ ਤੱਕ ਅਰਦਾਸ ਪਹੁੰਚਦੀ ਹੈ ਮਹਾਂਪੁਰਖਾਂ ਦੀ। ਰੱਬ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਣਦੇ ਹੈ ਸੰਤਾਂ ਦੀ। ਇਹਨਾਂ ਦਾ ਆਵਾਜ਼ ਹਿਰਦੇ 'ਚ ਹੀ ਦਿੱਤਾ ਉੱਥੇ ਪਹੁੰਚ ਜਾਂਦਾ ਹੈ। ਜਿਵੇਂ ਇੱਕ ਜਗ੍ਹਾ ਦੱਸਿਆ ਹੈ, ਕਹਿੰਦੇ ਚੀਟੀ ਕੇ ਪੱਗ ਝਾਂਜਰ ਵੱਧੈ ਬਜਤ ਹੋਤ ਸੁਰਤਾਨ। ਚੀਟੀ ਨਾਮ ਦੱਸਿਆ ਵੇਦ ਸ਼ਾਸਤਰਾਂ 'ਚ ਕੀੜੀ ਦਾ। ਕਹਿੰਦੇ ਕੀੜੀ ਦੇ ਪੈਰਾਂ ਨੂੰ ਝਾਂਜਰ ਬੰਨ੍ਹੋ। ਹੁਣ ਕੀੜੀ ਦੇ ਪੈਰ ਕਿੰਨੇ ਬਰੀਕ ਨੇ, ਝਾਂਜਰ ਕਿੰਨੀ ਸੂਖਸ਼ਮ ਹੋਵੇਗੀ, ਸਾਡੀਆਂ ਤਾਂ ਨਜ਼ਰਾਂ 'ਚ ਵੀ ਨਹੀਂ ਆਉਣੀ। ਕਹਿੰਦੇ ਚੀਟੀ ਕੇ ਪੱਗ ਝਾਂਜਰ ਵੱਧੈ ਬਜਤ ਹੋਤ ਸੁਰਤਾਨ, ਪਰ ਵੱਜੇ ਉਹਦੀ ਯਾਦ ਵਿੱਚ ਪ੍ਰਭੂ ਦੇ। ਚੀਟੀ ਕੇ ਪੱਗ ਝਾਂਜਰ ਵੱਧੈ ਬਜਤ ਹੋਤ ਸੁਰਤਾਨ, ਅਮਰ ਲੋਕ ਕੇ बीच में सुन लेते भगवान। ਸੰਤਾਂ ਦੀ ਉਹ ਹਿਰਦੇ 'ਚੋਂ ਜਦ ਅਸੀਂ ਆਪਦੀ ਬੇਨਤੀ ਕਰਦੇ ਹਾਂ ਵੀ ਮਹਾਂਪੁਰਖਾਂ ਨੂੰ ਮਹਾਰਾਜ ਵੀ ਕਿਰਪਾ ਕਰੋ, ਉਹ ਕਹਿੰਦੇ ਆ ਵੀ ਭਾਈ ਗੁਰੂ ਜੀ ਭਲਾ ਕਰਨਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨਗੇ। ਫਿਰ ਉਹ ਆਪਣੇ ਹਿਰਦੇ 'ਚੋਂ ਆਵਾਜ਼ ਦਿੰਦੇ ਆ, ਉਹ ਫਿਰ ਸੂਖਸ਼ਮ ਆਵਾਜ਼ ਪਹੁੰਚਦਾ ਹੈ ਅਕਾਲ ਪੁਰਖ ਦੇ ਦੇਸ਼, ਤਾਂ ਸਾਡੇ ਦੁੱਖ ਦੂਰ ਹੋ ਜਾਂਦੇ ਹੈ। ਸੋ ਜਿੱਥੇ ਬਹਿ ਮੇਰਾ ਸਤਿਗੁਰ ਸੋ ਥਾਨ ਸਹਾਵਾ। ਉਹ ਰਹਿਮਤਾਂ ਦੇ ਦਾਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੇ ਅਥਾਹ ਲੋਪੋ ਸਾਹਿਬ ਤੇ ਬਖਸ਼ਿਸ਼ਾਂ ਕੀਤੀਆਂ। ਆਪਾਂ ਇੱਕੋ ਹੀ ਕਵਿਤਾ ਉਹਨਾਂ ਦੀ ਬੋਲਣੀ ਹੈ। ਜਦ ਸਤਿਗੁਰੂ ਜੀ ਗਏ ਨਾ ਗਵਾਲੀਅਰ ਦੇ ਕਿਲੇ 'ਚ, ਉੱਥੇ 52 ਰਾਜੇ ਕੈਦ ਸੀ ਤੇ ਨਰਕ ਬਣਿਆ ਹੋਇਆ ਸੀ। ਉੱਥੋਂ ਦੀ ਆਪ ਇੱਕੋ ਹੀ ਕਵਿਤਾ ਸੁਣੋ ਬੱਚਿਆਂ ਤੋਂ, ਬਈ ਜੰਨਤ ਤੋਂ ਦੋਜਕ ਤੋਂ ਜੰਨਤ ਰਚਤਾ, ਸ਼ਕਤੀ ਭਰਪੂਰ ਜੀ। ਜਿੱਥੇ ਅਵਤਾਰ ਸ਼ਕਤੀਆਂ ਚਲੀਆਂ ਜਾਂਦੀਆਂ ਨੇ, ਭਾਵੇਂ ਉੱਥੇ ਨਰਕ ਹੋਵੇ, ਉਹ ਜਗ੍ਹਾ ਸਵਰਗ ਬਣ ਜਾਂਦੀ ਹੈ। ਆਓ ਆਹ ਕਵਿਤਾ ਸਰਵਣ ਕਰੋ, ਬਈ ਦੋਜਕ ਤੋਂ ਜੰਨਤ ਰਚਤਾ, ਸ਼ਕਤੀ ਭਰਪੂਰ ਜੀ। ਗਵਾਲੀਅਰ ਜਨ ਕੇ ਗੁਰੂ ਜੀ, ਅਦਭੁਤ ਦੀ ਇੱਕ ਖੇਲ ਸੀ। ਸਵਰਗਾਂ ਦੀ ਘਾਟੀ ਬਣ ਗਈ ਗਵਾਲੀਅਰ ਦੀ ਜੈ ਸੀ। ਮੂਸਾ ਜੋ ਪਹੁੰਚਿਆ ਜਾ ਕੇ ਪਰਬਤ ਕੋਲ ਦੂਰ ਸੀ। ਦੋਜਕ ਤੋਂ ਜੰਨਤ ਰਚਤਾ, ਸ਼ਕਤੀ ਭਰਪੂਰ ਸੀ। ਦੋਜਕ ਤੋਂ ਜੰਨਤ ਰਚਤਾ। ਰਾਜੇ ਮਹਾਰਾਜੇ ਬੈਠੇ ਗਵਾਲੀਅਰ ਦੀ ਜੇਲ੍ਹ ਵਿਖੇ, ਕੋਡਾ ਜਿਉਂ ਜੀਵ ਸਾੜਦਾ ਉੱਬਲਦੇ ਤੇਲ ਵਿਖੇ। ਪਹੁੰਚੇ ਗੁਰੂ ਨਾਨਕ ਜੀ ਦਾ ਮੁੱਢੋਂ ਦਸਤੂਰ ਸੀ। ਦੋਜਕ ਤੋਂ ਜੰਨਤ ਰਚਦਾ, ਸ਼ਕਤੀ ਭਰਪੂਰ ਸੀ। ਦੋਜਕ ਤੋਂ ਜੰਨਤ ਰਚਦਾ। ਸਾਦਾ ਚੜੇ ਕੜਾਏ ਲੰਗਰ ਸਰਕਾਰਾਂ ਦੇ, ਬੰਦੇ ਪਦਾਰਥ ਦਿੱਤੇ ਛੱਤੀ ਪ੍ਰਕਾਰਾਂ ਦੇ। ਉਤਰੀ ਆ ਕੁਦਰਤ ਰਾਣੀ ਹੋ ਕੇ ਮਜਬੂਰ ਸੀ। ਦੋਜਕ ਤੋਂ ਜੰਨਤ ਰਚਤਾ, ਸ਼ਕਤੀ ਭਰਪੂਰ ਸੀ। ਦੋਜਕ ਤੋਂ ਜੰਨਤ ਰਚਤਾ। ਸੁਣਦੇ ਨਿਤ ਪੀਰ ਓਲੀਏ ਇਹਨਾਂ ਪ੍ਰਚਾਰਾਂ ਨੂੰ, ਸਰਵਰ ਦਾ ਤਾਲ ਰਚਾਤਾ ਹੰਸਾਂ ਦੀਆਂ ਡਾਰਾਂ ਨੂੰ। ਹੀਰਿਆਂ ਦੀ ਚਮਕ ਘਟਾਤੀ ਹੀਰਾ ਕੋਹਿਨੂਰ ਸੀ। ਦੋਜਕ ਤੋਂ ਜੰਨਤ ਰਚਤਾ, ਸ਼ਕਤੀ ਭਰਪੂਰ
ਸੋ ਧੰਨਵਾਦ ਮਾਲਾ ਸਿੰਘ ਜੀ ਧਾਲੀਵਾਲ, ਉਹਨਾਂ ਨੇ ਗੁਰੂ ਦਾ ਜਸ ਆਪ ਗੁਰਸੰਗਤਾਂ ਨੂੰ ਸਰਵਣ ਕਰਾਇਆ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਕਿਰਪਾ ਮਿਹਰ ਦੇ ਨਾਲ ਆਪਾਂ ਸਾਰੀ ਗੁਰਸੰਗਤ ਇਸ ਸਮੇਂ ਦਾ ਆਨੰਦ ਮਾਣ ਰਹੇ ਹਾਂ। ਛੇਵੇਂ ਸਤਿਗੁਰਾਂ ਨੇ ਲੋਕੋ ਦੀ ਪਾਵਨ ਪਵਿੱਤਰ ਧਰਤੀ ਤੇ ਆਪਣੇ ਚਰਨ ਮੁਬਾਰਕ ਪਾਏ। ਜਦੋਂ ਦੁਨੀਆ ਨੂੰ ਤਾਰਦੇ ਤਾਰਦੇ ਮੱਧੋ ਕੇ ਨਗਰ ਵਿੱਚ ਪਹੁੰਚੇ ਸੀ, ਗੁਰੂ ਜੀ ਤੇ ਲੋਕੋ ਦੇ ਇੱਕ ਬੜੇ ਮਸ਼ਹੂਰ ਫਕੀਰ ਸੀ। ਉਹ ਸਦਾ ਸੰਗਤਾਂ ਨੂੰ ਪਹਿਲਾਂ ਵੀ ਦੱਸਦੇ ਰਹਿੰਦੇ ਸੀ ਵੀ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਦੀ 6ਵੀਂ ਜੋਤ ਆ, ਉਹ ਇੱਕ ਨਾ ਇੱਕ ਦਿਨ ਆਪਾਂ ਨੂੰ ਦਰਸ਼ਨ ਦੇਣਗੇ। ਜਸ ਕਰਦੇ ਰਹਿੰਦੇ ਸੀ। ਫਿਰ ਉਹਨਾਂ ਨੇ ਕਹਿਤਾ ਵੀ ਉਹ ਸਮਾਂ ਆ ਗਿਆ ਤੇ ਸਤਿਗੁਰੂ ਮੱਧੋ ਕੇ ਨਗਰ ਵਿੱਚ ਸੀ। ਉਹਨਾਂ ਨੇ ਵੀ ਕਿਹਾ ਵੀ ਅਸੀਂ ਲੋਕੋ ਨਗਰ ਜਾਣਾ। ਸੰਗਤਾਂ ਤੋਂ ਪੁੱਛਿਆ ਕਿੰਨੀ ਕੁ ਦੂਰ ਆ। ਅਖੀਰ ਸਤਿਗੁਰੂ ਲੋਕੋ ਨਗਰੀ ਆਏ। ਲੋਕੋ ਵਾਸੀਆਂ ਨੇ ਬੜਾ ਉਹਨਾਂ ਦਾ ਸਤਿਕਾਰ ਕੀਤਾ, ਜੀ ਆਇਆਂ ਕਿਹਾ। ਰਸਤਿਆਂ ਦੇ ਉੱਤੇ ਛਿੜਕਾ ਕੀਤੇ ਗਏ ਫੁੱਲਾਂ ਦੇ ਹਾਰ ਲੈ ਕੇ ਸਤਿਗੁਰਾਂ ਦੇ ਚਰਨ ਕੰਠ ਦੇ ਵਿੱਚ ਪਾਏ, ਚਰਨ ਕਮਲਾਂ ਤੇ ਸਜਦਾ ਕੀਤਾ। ਜਦੋਂ ਲੋਕੋ ਦਾ ਸਤਿਕਾਰ ਦੇਖਿਆ, ਸਤਿਗੁਰਾਂ ਨੇ ਪ੍ਰੇਮ ਪਿਆਰ ਦੇਖਿਆ, ਫਿਰ ਲੋਕੋ ਨੂੰ ਸਤਿਗੁਰਾਂ ਨੇ ਬਹੁਤ ਵਰਦਾਨ ਦਿੱਤੇ ਵੀ ਇਹ ਲੋਕੋ ਦੀ ਪੁਰੀਏ, ਤੂੰ ਸਦਾ ਦੁਨੀਆ ਤੇ ਰੋਸ਼ਨ ਰਹੇਗੀ, ਤੈਨੂੰ ਸਾਰਾ ਸੰਸਾਰ ਸਿਜਦਾ ਕਰੇਗਾ। ਤੇ ਇਹ ਵੀ ਕਿਹਾ ਵੀ ਮੈਂ ਸਦਾ ਇਸ ਧਰਤੀ ਤੇ ਰਹਾਂਗਾ। 5 ਪੀਰਾਂ ਦੇ ਰੂਪ ਦੇ ਵਿੱਚੋਂ, ਜਿਨ੍ਹਾਂ ਚੋਂ 4 ਗੁਪਤ ਤੇ 1 ਗਿਆਰ ਹੋਣਗੇ। ਫਿਰ ਉਹਨਾਂ ਦੇ ਕੀਤੇ ਹੋਏ ਬਚਨ ਪੂਰੇ ਹੋਣੇ ਸੀ। ਭਗਤੀ ਦੀ ਮੂਰਤ ਸਵਾਮੀ ਮਿੱਤ ਸਿੰਘ ਜੀ, ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ। ਕਦੇ ਉਹ ਚੁੱਪ ਹੋ ਜਾਂਦੇ, ਕਈ ਸਾਲ ਬੋਲਦੇ ਨਾ, ਕਦੇ ਭੋਜਨ ਤਿਆਗ ਦਿੰਦੇ ਤੇ ਕਦੇ ਅਲਮਸਤ ਹੋ ਕੇ ਲੋਕੋ ਦੀਆਂ ਗਲੀਆਂ ਨੂੰ ਭਾਗ ਲਾਉਂਦੇ ਫਿਰਦੇ ਤੇ ਲੋਕੋ ਨੂੰ ਵਰਦਾਨ ਦਿੰਦੇ, ਹੇ ਲੋਕੋ ਦੀ ਪੁਰੀਏ, ਤੂੰ ਅੰਨ ਦਾਤੀ ਕਹਿਲਾਏਂਗੀ, ਅਯੁੱਧਿਆ ਦੁਆਰਕਾ ਬਿਦਰਾਵਨ, ਇਹਨਾਂ ਤੀਰਥਾਂ ਵਾਂਗੂ ਤੂੰ ਦੁਨੀਆ ਤੇ ਰੋਸ਼ਨ ਹੋ ਜਾਏਂਗੀ। ਸਾਰਾ ਸੰਸਾਰ ਤੈਨੂੰ ਸਜਦੇ ਕਰੇਗਾ। ਦੁਨੀਆ ਦੀਆਂ ਤਾਕਤਾਂ ਇੱਥੇ ਆ ਕੇ ਸੀਸ ਨਵਾਇਆ ਕਰਨਗੀਆਂ। ਸੋ ਉਸੇ ਤਰ੍ਹਾਂ ਹੋਇਆ। ਸਵਾਮੀ ਦਰਬਾਰਾ ਸਿੰਘ ਜੀ ਜਦੋਂ ਉਹ ਗੱਦੀ ਤੇ ਬਿਰਾਜਮਾਨ ਹੋਏ, ਉਹਨਾਂ ਨੇ ਐਸੀ ਪਰ ਉਪਕਾਰਾਂ ਦੀ ਲੜੀ ਤੋਰੀ। ਫਿਰ ਲੋਕੋ ਦਾ ਨਾਮ ਸਾਰੀ ਦੁਨੀਆ ਤੇ ਰੋਸ਼ਨ ਹੋਇਆ। ਲੋਕੋ ਨੂੰ ਸੰਤਾਂ ਵਾਲੀ ਲੋਕੋ ਕਹਿਣ ਲੱਗ ਗਏ। ਕਹਿਣ ਤੋਂ ਭਾਵ ਜਿਹੜੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਚਰਨ ਮੁਬਾਰਕ ਪਾ ਕੇ ਲੋਕੋ ਨੂੰ ਵਰਦਾਨ ਦਿੱਤੇ। ਉਸ ਦਾ ਆਪਾਂ ਇਹ ਆਨੰਦ ਮਾਣ ਰਹੇ ਹਾਂ। ਸੋ ਅਗਲੀ ਜਿਹੜੀ ਕਾਵ ਆ ਉਹ ਬੇਟੀਆਂ ਮੇਰੇ ਨਾਲ ਬੋਲਣਗੀਆਂ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜੋ ਖੰਡਾਂ ਬ੍ਰਹਮੰਡਾਂ ਦੇ ਮਾਲਕ, ਸ਼ਹੀਦਾਂ ਦੇ ਸਰਤਾਜ ਸਵਾਮੀ ਦਰਬਾਰਾ ਸਿੰਘ ਜੀ ਆਪਣੀ ਕਾਵ ਦੇ ਵਿੱਚ ਲਿਖਦੇ ਆ, ਉਹ ਸ਼ਹਿਰਾਂ ਦੇ ਸਰਤਾਜ ਗੁਰੂ, ਉਹ ਸ਼ਹਿਰਾਂ ਦੇ ਸਰਤਾਜ ਗੁਰੂ, ਜੋ ਭੇਦ ਅਲਾਹੀ ਖੋਲ ਗਏ, ਉਹ ਨਾਲ ਦਿਖਾ ਗਏ ਕਰਨੀ ਵੀ, ਜੋ ਗੁਰਬਾਣੀ ਵਿੱਚ ਬੋਲ ਗਏ। ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਜਾਂ ਲਿਖਿਆ, ਉਹ ਇਹ ਨਹੀਂ ਵੀ ਉਹਨੂੰ ਕਲਮਬੰਦ ਕਰਤਾ, ਉਸ ਨੂੰ ਕਰਕੇ ਵੀ ਦਿਖਾਇਆ। ਇੱਕ ਸਮਾਂ ਸੀ ਮੀਆਂ ਮੀਰ ਜੀ ਗੁਰੂਆਂ ਦੇ ਪਾਸ ਆਉਂਦੇ ਹੀ ਰਹਿੰਦੇ ਸੀ। ਉਹਨਾਂ ਦਾ ਬਹੁਤ ਜ਼ਿਆਦਾ ਗੁਰੂ ਜੀ ਦੇ ਨਾਲ ਪ੍ਰੇਮ ਸੀ ਤੇ ਬਾਣੀ ਸਰਵਣ ਕਰਦੇ, ਪੜ੍ਹਦੇ ਵੀ। ਇੱਕ ਦਿਨ ਉਹਨਾਂ ਨੇ ਸ਼ਬਦ ਸਰਵਣ ਕੀਤਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਬਚਾਈ।
ਜਦੋਂ ਇਹ ਸ਼ਬਦ ਉਹਨਾਂ ਨੇ ਸਰਵਣ ਕੀਤਾ, ਮਨ ਦੇ ਵਿੱਚ ਖਿਆਲ ਆਇਆ, ਕੋਈ ਫਰਨਾ ਫੁਰਿਆ, ਕਹਿੰਦੇ ਆਪਾਂ ਗੁਰਾਂ ਤੋਂ ਪੁੱਛ ਲੈਂਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਚਰਨ ਕਮਲਾਂ ਵਿੱਚ ਚਲੇ ਗਏ। ਮੀਆਂ ਵੀਰ ਜੀ ਕਹਿੰਦੇ, ਸਤਿਗੁਰੂ ਜੀ ਵੀ ਮੇਰੇ ਮਨ ਵਿੱਚ ਇੱਕ ਸ਼ੰਕਾ, ਤੁਸੀਂ ਨਿਵਰਤ ਕਰੋ। ਕਹਿੰਦੇ ਮੈਂ ਜਦੋਂ ਇਹ ਸ਼ਬਦ ਸਰਵਣ ਕਰਦਾ ਵੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਬਚਾਈ, ਦਰਸ਼ਨ ਹਰ ਦੇਖਣ ਕੇ ਤਾਈ। ਇਹਦੇ ਵਿੱਚ ਆਉਂਦਾ ਵੀ ਪੱਖਾ ਫੇਰਾ ਪਾਣੀ ਢੋਵਾਂ, ਜੋ ਦੇਵੇ ਸੋ ਖਾਈ। ਵੀ ਇਹ ਸਾਰਾ ਕੁਝ ਹੋ ਸਕਦਾ, ਵੀ ਪੱਖਾ ਵੀ ਫੇਰਿਆ ਜਾ ਸਕਦਾ, ਪਾਣੀ ਵੀ ਢੋਇਆ ਜਾ ਸਕਦਾ, ਭੁੱਖੇ ਵੀ ਰਿਹਾ ਜਾ ਸਕਦਾ। ਪਰ ਜਦੋਂ ਮੈਂ ਸਰਵਣ ਕਰਦਾ ਵੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਇੱਥੇ ਆ ਕੇ ਮਨ 'ਚ ਹੋ ਜਾਂਦਾ ਵੀ ਇਸ ਤਰ੍ਹਾਂ ਵੀ ਹੋ ਸਕਦਾ ਵੀ ਆਪਣੇ ਗੁਰੂ ਦੀ ਖਾਤਰ ਮਨ ਤਨ ਕਟਾਇਆ ਜਾ ਸਕਦਾ ਹੈ ਜਾਂ ਅਗਨੀ ਦੇ ਵਿੱਚ ਜਲਾਇਆ ਜਾ ਸਕਦਾ ਹੈ। ਤੁਸੀਂ ਕਿਰਪਾ ਕਰੋ, ਮੇਰਾ ਇਹ ਭਰਮ ਦੂਰ ਕਰੋ। ਗੁਰੂ ਜੀ ਕਹਿੰਦੇ ਠੀਕ ਆ, ਪਰ ਮੀਆਂ ਵੀਰ ਜੀ ਕਈ ਸ਼ਬਦਾਂ ਦੇ ਜਿਹੜੇ ਅਰਥ ਹੁੰਦੇ ਆ ਉਹ ਸਮਾਂ ਆਉਣ ਤੇ ਦਿੱਤੇ ਜਾਂਦੇ ਆ। ਮੀਆਂ ਵੀਰ ਜੀ ਕਹਿੰਦੇ ਜੀ ਸਤ ਵਚਨ। ਗੁਰੂ ਜੀ ਕਹਿੰਦੇ ਤੈਨੂੰ ਦੇਵਾਂਗੇ ਜ਼ਰੂਰ, ਅਰਥ ਕਰਕੇ ਦੱਸਾਂਗੇ। ਫਿਰ ਸਮਾਂ ਬੀਤਿਆ, ਆਪਾਂ ਸਵਾਮੀ ਜੀ ਤੋਂ ਸਰਵਣ ਕਰਦੇ ਰਹਿੰਦੇ ਆ। ਬਹਾਨਾ ਬਣ ਗਿਆ ਜਦੋਂ ਚੰਦੂ ਦੀ ਜਿਹੜੀ ਬੇਟੀ ਆ ਵਰਜੋਗ ਹੋਈ ਤੇ ਉਹਨੇ ਆਪਣੇ ਪ੍ਰਹੁਤਾਂ ਨੂੰ ਪੰਡਤਾਂ ਨੂੰ ਕਿਹਾ ਵੀ ਵਰ ਲੱਭੋ। ਵਰ ਲੱਭਦੇ ਲੱਭਦੇ ਸਤਿਗੁਰਾਂ ਦੇ ਦਰਬਾਰ 'ਚ ਆ ਗਏ। ਉਹਨਾਂ ਨੇ ਦਰਸ਼ਨ ਕੀਤੇ ਜਦੋਂ ਦਰਬਾਰ ਦੇ ਗੁਰੂ ਜੀ ਦੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੀ ਉਹਨਾਂ ਨੇ ਦਰਸ਼ਨ ਕੀਤੇ। ਉਹਨਾਂ ਨੇ ਸੋਚਿਆ ਵੀ ਉਹ ਰਾਜੇ ਦਾ ਵਜ਼ੀਰ ਆ ਤੇ ਇੱਧਰ ਜਿਹੜੀ ਗੁਰਾਂ ਦੀ ਸੋਭਾ ਇਹ ਵੀ ਬਹੁਤ ਜ਼ਿਆਦੇ ਆ, ਇਹ ਵੀ ਇੱਕ ਸਤਿਯੁਗ ਦਾ ਦਰਬਾਰ ਸਜਿਆ ਹੋਇਆ, ਕਿਉਂ ਨਾ ਮੇਲ ਮਿਲਾ ਦਈਏ। ਉਹਨਾਂ ਨੇ ਬੇਨਤੀ ਕਰਤੀ ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਵੀ ਇਸ ਤਰ੍ਹਾਂ ਜੀ ਅਸੀਂ ਆਏ ਹਾਂ ਤੇ ਜੇ ਤੁਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਲਓ। ਗੁਰਾਂ ਨੇ ਕਹਿਤਾ ਠੀਕ ਆ। ਉਸ ਤੋਂ ਬਾਅਦ ਉਹ ਵਾਪਸ ਚਲੇ ਗਏ। ਜਦੋਂ ਚੰਦੂ ਨੂੰ ਜਾ ਕੇ ਉਹ ਨੂਰੀ ਮਹਿਫਲਾਂ ਦੀ ਸੋਭਾ ਉਹਨਾਂ ਨੇ ਦੱਸੀ ਵੀ ਇਸ ਤਰ੍ਹਾਂ ਗੁਰੂ ਜੀ ਤਖਤ ਤੇ ਬੈਠਦੇ ਨੇ, ਸੰਗਤਾਂ ਆਉਂਦੀਆਂ ਉਹਨਾਂ ਦੇ ਚਰਨ ਕਮਲਾਂ ਵਿੱਚ ਸਜਦਾ ਕਰਦੀਆਂ, ਆਪਣੇ ਸੀਸ ਗੁਰਾਂ ਦੇ ਚਰਨ ਕਮਲਾਂ ਵਿੱਚ ਝੁਕਾਉਂਦੀਆਂ। ਜਦੋਂ ਇਹ ਸਾਰੀ ਸੋਭਾ ਚੰਦੂ ਨੇ ਸਰਵਣ ਕੀਤੀ, ਉਹ ਰਾਜੇ ਦਾ ਵਜ਼ੀਰ ਸੀ, ਉਹ ਆਪਦੇ ਆਪ ਨੂੰ ਬੜਾ ਉੱਚਾ ਸਮਝਦਾ ਸੀ, ਘਮੰਡ ਸੀ ਮਨ 'ਚ, ਤੇ ਉਹਨੇ ਕਹਿਤਾ ਵੀ ਤੁਸੀਂ ਵਿਚਵਾਰੇ ਦੀ ਐਟ ਮੋਰੀ ਨੂੰ ਲਾਇਆ ਏ, ਤੇ ਕਈ ਅਪਸ਼ਬਦ ਵੀ ਕਹੇ। ਉੱਥੇ ਵੀ ਸੰਗਤਾਂ ਸੀ, ਉਹਨਾਂ ਨੇ ਸੁਣ ਲਿਆ ਤੇ ਵਿਚਾਰ ਕਰ ਲਈ ਆਪਸ ਵਿੱਚ ਵੀ ਇਹ ਠੀਕ ਨਹੀਂ ਹੋਇਆ। ਅਖੀਰ ਸੰਗਤਾਂ ਨੇ ਰਾਏ ਕਰਕੇ ਜਦੋਂ ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਆਈਆਂ, ਉਹਨਾਂ ਨੇ ਬੇਨਤੀ ਕਰਤੀ ਵੀ ਗੁਰੂ ਜੀ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ। ਸਾਰੀਆਂ ਸੰਗਤਾਂ ਨੇ ਰਲ ਕੇ ਬਈ ਜਿਹੜੀ ਚੰਦੂ ਦੀ ਲੜਕੀ ਆ ਉਹ ਆਪਣੇ ਜਿਹੜੇ ਸਾਹਿਬਜ਼ਾਦੇ ਆ ਤੁਹਾਡੇ, ਉਹਨਾਂ ਦੇ ਲਾਇਕ ਨਹੀਂ, ਕਿਉਂਕਿ ਉਹਦਾ ਜਿਹੜਾ ਪਿਤਾ ਹੈ ਉਹ ਬੜਾ ਘਮੰਡੀ ਆ। ਉਹਨੇ ਗੁਰੂ ਦਰਬਾਰ ਵਾਲੇ ਕਈ ਅਪਸ਼ਬਦ ਕਹੇ ਨੇ ਤੇ ਗੁਰਾਂ ਨੇ ਸੰਗਤਾਂ ਦੀ ਬੇਨਤੀ ਨੂੰ ਸੁਣ ਕੇ ਇਹ ਰਿਸ਼ਤਾ ਠੁਕਰਾਤਾ। ਜਦੋਂ ਇਹ ਖਬਰਾਂ ਚੰਦੂ ਦੇ ਕੋਲੇ ਪਹੁੰਚੀਆਂ, ਉਹ ਕ੍ਰੋਧ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਫਿਰ ਜਹਾਂਗੀਰ ਦੇ ਉਹਨੇ ਕੰਨ ਭਰੇ ਤੇ ਗੁਰਾਂ ਨੂੰ ਜਹਾਂਗੀਰ ਨੇ ਲਾਹੌਰ ਦੇ ਵਿੱਚ ਸੱਦਿਆ। ਕੰਨ ਉਹਨੇ ਇਹ ਭਰੇ ਸੀ ਵੀ ਜਿਹੜੇ ਇਹ ਗ੍ਰੰਥ ਦੀ ਰਚਨਾ ਕਰ ਰਹੇ ਆ, ਇਹਦੇ ਵਿੱਚ
ਇਸਲਾਮ ਧਰਮ ਨੂੰ ਨੀਵਾਂ ਦਿਖਾਇਆ ਗਿਆ। ਕਈ ਤਰ੍ਹਾਂ ਦੀਆਂ ਉਹਨੇ ਆਪਦੇ ਕੋਲੋਂ ਜੋੜ ਜੋੜ ਕੇ ਗੱਲਾਂ ਕਹਿਤੀਆਂ। ਜਦੋਂ ਜਹਾਂਗੀਰ ਨੇ ਗੁਰੂ ਜੀ ਨੂੰ ਲਾਹੌਰ ਬੁਲਾਇਆ, ਉਹਦੇ ਮਨ ਵਿੱਚ ਇਹ ਸ਼ੰਕਿਆ ਸੀਗੀ ਤੇ ਗੁਰੂ ਜੀ ਗਏ। ਉਹ ਕਹਿੰਦੇ ਜੀ ਵੀ ਸਾਡਾ ਭਰਮ ਦੂਰ ਕਰੋ। ਫਿਰ ਹੁਕਮਨਾਮਾ ਲਿਆ ਗਿਆ। ਜਦੋਂ ਹੁਕਮਨਾਮਾ ਲਿਆ, ਪਹਿਲਾਂ ਹੁਕਮਨਾਮਾ ਕਹਿੰਦੇ ਆਇਆ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਭਾਵ ਵੀ ਸਾਰੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਪੁੱਤਰ ਨੇ, ਬੱਚੇ ਨੇ, ਸਾਰੀ ਜਿਹੜੀ ਦੁਨੀਆ ਇੱਕ ਸਮਾਨ ਆ, ਉਹ ਵਾਹਿਗੁਰੂ ਦਾ ਹੀ ਨੂਰ ਆ। ਕਹਿੰਦੇ ਫਿਰ ਉਹਨਾਂ ਨੇ ਕਿਹਾ ਨਹੀਂ ਜੀ, ਇਹਨਾਂ ਨੇ ਹੁਕਮਨਾਮਾ ਕੱਢ ਕੇ ਰੱਖਿਆ ਸੀ, ਇਹ ਆਪਣੇ ਨਾਲ ਧੋਖਾ ਕਰਦੇ ਆ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਤੇਰਾ ਭਰਮ ਦੂਰ ਕਰਾਂਗੇ। ਕਹਿੰਦੇ ਕੋਈ ਨਹੀਂ, ਦੁਬਾਰਾ ਆਪਾਂ ਫੇਰ ਹੁਕਮਨਾਮਾ ਲੈ ਲੈਂਦੇ ਆ। ਕਹਿੰਦੇ ਫੇਰ ਹੁਕਮਨਾਮਾ ਆ ਗਿਆ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿਹੜੇ ਇਹ ਸੰਸਾਰ ਦੇ ਰਾਜੇ ਨੇ, ਇਹ ਝੂਠ ਦੇ ਪਲੰਦੇ ਨੇ, ਕੁਝ ਸਮੇਂ ਲਈ ਨੇ। ਜਿਹੜਾ ਉਹ ਹਰੀ ਆ, ਭਗਵਾਨ ਆ, ਉਹ ਸਦਾ ਲਈ ਰਾਜਾ। ਪਰ ਜਿਹੜਾ ਚੰਦੂ ਸੀ, ਉਹਨੇ ਆਪਦੇ ਮਨ ਦੀਆਂ ਕਰਨੀਆਂ ਸੀ। ਇੱਕ ਵਾਰੀ ਜਹਾਂਗੀਰ ਕਹਿੰਦੇ ਝੁਕ ਗਿਆ ਤੇ ਉਹ ਕਸ਼ਮੀਰ ਦੇ ਦੌਰੇ ਤੇ ਚਲਿਆ ਗਿਆ। ਉਸ ਤੋਂ ਬਾਅਦ ਚੰਦੂ ਨੇ ਆਪਦੇ ਮਨ ਦੀਆਂ ਕੀਤੀਆਂ। ਅਖੀਰ ਸਤਿਗੁਰਾਂ ਨੂੰ ਕਈ ਤਰ੍ਹਾਂ ਉਹਨੇ ਤਸੀਹੇ ਦਿੱਤੇ, ਕਿਹਾ ਵੀ ਜਾਂ ਤਾਂ ਤਵੀਆਂ ਤੇ ਬਹਿਣਾ ਪੈਣਾ ਤੇ ਜਾਂ ਮੇਰੀ ਬੇਟੀ ਦਾ ਨਾਤਾ ਲੈਣਾ ਪੈਣਾ। ਪਰ ਗੁਰਾਂ ਨੇ ਕਹਿਤਾ ਵੀ ਜਿਹੜਾ ਸੰਗਤਾਂ ਨੇ ਕਹਿਤਾ ਉਹ ਅਟਾਲਾ, ਤੂੰ ਜੋ ਕਰਨਾ ਕਰ ਲਈ। ਫਿਰ ਉਹਨੇ ਸਤਿਗੁਰਾਂ ਨੂੰ ਤੱਤੀ ਤਵੀ ਤੇ ਬਿਠਾਇਆ। ਕਹਿੰਦੇ ਜਦੋਂ ਤੱਤੀ ਤਵੀ ਤੇ ਬਿਠਾਇਆ ਤੇ ਸਾਰਾ ਵਾਤਾਵਰਨ ਸੀ ਸਾਰਾ ਉਦਾਸ ਹੋ ਗਿਆ, ਅਸਮਾਨ ਤੇ ਲਾਲੀ ਹੋ ਗਈ। ਤੇ ਚੰਦੂ ਦੀ ਜਿਹੜੀ ਨਹੁੰ ਸੀ, ਕਹਿੰਦੇ ਵੀ ਉਹ ਸਤਿਗੁਰਾਂ ਦੇ ਚਰਨ ਕਮਲਾਂ ਨਾਲ ਪ੍ਰੇਮ ਕਰਦੀ ਸੀ। ਫਿਰ ਉਹਨੂੰ ਕਿਸੇ ਨੇ ਜਾ ਕੇ ਦੱਸਿਆ ਵੀ ਅੱਜ ਭਿਆਨਕ ਭਾਣਾ ਲਾਹੌਰ ਦੇ ਵਿੱਚ ਹੋ ਗਿਆ। ਨਰਵੈਰਾਂ ਦੇ ਨਾਲ ਬੈਰ ਬੰਨਿਆ ਤੇਰੇ ਜਿਹੜੇ ਸਹੁਰੇ ਨੇ, ਤੇ ਜਿਹੜੇ ਬਾਲੀ ਦੋ ਜਹਾਨ ਦੇ ਆ ਉਹ ਤੱਤੀ ਤਵੀ ਤੇ ਬਹਿ ਗਏ। ਜਦੋਂ ਇਹ ਬੇਨਤੀ ਕਰੀ, ਫਿਰ ਉਹ ਚੰਦੂ ਦੀ ਨਹੁੰ ਸਤਿਗੁਰਾਂ ਦੇ ਪਾਸ ਗਈ। ਬੇਨਤੀ ਕੀਤੀ ਉਹਨੇ ਵੀ ਹੇ ਮੇਰੇ ਪ੍ਰੀਤਮ ਪਿਆਰੇ, ਇਹ ਕੀ ਹੋ ਰਿਹਾ, ਮੈਨੂੰ ਵੀ ਆਪਣੇ ਨਾਲ ਲੈ ਜਾਓ। ਹੁਣ ਉਹਦੇ ਨੇਤਰਾਂ ਦੇ ਵਿੱਚ ਨੀਰ ਭਰਿਆ ਹੋਇਆ ਤੇ ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਬੇਨਤੀ ਕਰਦੀ ਆ ਵੀ ਮੇਰੇ ਪ੍ਰੀਤਮਾ, ਕੱਲੀ ਨੂੰ ਛੋੜ ਕੇ ਨਾ ਜਾਇਓ। ਤੇ ਗੁਰੂ ਜੀ ਉਹਨੂੰ ਧਰਵਾਸ ਦਿੰਦੇ ਨੇ। ਜਿਵੇਂ ਚੰਦੂ ਦੀ ਨਹੁੰ ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਬੇਨਤੀ ਕਰਦੀ ਆ ਔਰ ਗੁਰੂ ਜੀ ਧਰਵਾਸ ਦਿੰਦੇ ਨੇ। ਉਹ ਸਵਾਲ ਜਵਾਬ ਸਵਾਮੀ ਜੀ ਦੀ ਰਚਨਾ ਇਸ ਕਾਵ ਦੇ ਵਿੱਚ ਆਪ ਗੁਰ ਸੰਗਤ ਇਸ ਤਰ੍ਹਾਂ ਸਰਵਣ ਕਰੋ। ਦੋਵੇਂ ਪਰੀ ਖੜੀ ਨੈਣ, ਹੰਝੂ ਸ਼ਾਮ ਸ਼ਾਮ ਵੈਣ, ਨੂੰ ਚੰਦੂ ਦੀ ਲੱਗੀ ਕਹਿਣ, ਦੋਵੇਂ ਹੱਥ ਜੋੜ ਕੇ ਜਾਵੀਂ ਨਾ ਪ੍ਰੀਤਮਾ, ਕਲੀ ਨੂੰ ਛੋੜ ਕੇ। ਗੁਲਦੀਨ ਧਰਵਾਸ ਬੇਟਾ ਹੋਈ ਕਿਉਂ ਉਦਾਸ, ਜਿਹੜੇ ਗੁਰਮੁਖ ਖਾਸ ਮੋੜ ਦੇ ਨੀ ਪਾਣਾ ਹੈ। ਇਕੱਲੇ ਆਏ ਬੱਚੀਏ ਇਕੱਲੇ ਹੀ ਜਾਣਾ ਹੈ। ਕਰ ਕਰ ਅਰਜ਼ੋਈ ਮੈਂ ਬਥੇਰਾ
ਲੁੱਟ ਪੈਗੀ ਰਾਮ ਨਾਮ ਦੀ। ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਸਾਨੂੰ ਬਿਨਾਂ ਓਡੇ ਵੱਡੇ ਕਰਮ ਕਰੇ ਤੋਂ ਬਿਨਾਂ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਪ੍ਰਾਪਤੀਆਂ ਹੋ ਜਾਂਦੀਆਂ। ਇਹ ਲੁੱਟਾਂ ਨੇ ਜੀਵ ਸਮਾਂ ਮਿਲਿਆ ਇਹਨੂੰ ਲੁੱਟ ਲੈ। ਗੁਰਬਾਣੀ ਦਾ ਕਥਨ ਹੈ ਭਾਈ ਪੁਰਾਪਤ ਮਾਨਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਅਵਰ ਕਾਜ ਤਰਕਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੀਵ 84 ਲੱਖ ਜੋਨੀ ਦੇ ਵਿੱਚੋਂ ਉੱਤਮ ਜੋਨੀ ਮਨੁੱਖਾ ਜਨਮ ਹੈ। ਇਹ ਤੈਨੂੰ ਭਾਗਾਂ ਨਾਲ ਮਿਲੀ ਹੈ। ਇਸ ਜੀਵਨ ਦੇ ਵਿੱਚ ਵਾਹਿਗੁਰੂ ਨੇ ਪਰਮੇਸ਼ਰ ਨੇ ਜੀਵ ਨੂੰ ਭਗਵਾਨ ਨੇ ਇਨਸਾਨ ਨੂੰ ਆਪਣੀਆਂ ਸਾਰੀਆਂ ਸ਼ਕਤੀਆਂ ਦਿੱਤੀਆਂ। ਇਨਸਾਨ ਜੋ ਚਾਹੇ ਕਰ ਸਕਦਾ ਹੈ। ਸਾਨੂੰ ਸਮਰੱਥਾ ਦਿੱਤੀ ਹੈ ਜੋ ਵੀ ਅਸੀਂ ਚਾਹੀਏ ਬੈਠਣਾ ਉੱਠਣਾ ਤੁਰਨਾ ਖਾਣਾ ਪੀਣਾ ਆਰਾਮ ਕਰਨਾ ਕਿਹੜਾ ਕਾਰਜ ਕਰਨਾ ਕਿਹੜਾ ਨਹੀਂ ਕਰਨਾ ਕਿਹੋ ਜਿਹਾ ਪਹਿਨਣਾ ਕਿਹੜਾ ਨਹੀਂ ਪਹਿਨਣਾ ਜਾਣੀ ਦੀ ਮਨਮਰਜ਼ੀ ਦਾ ਮਾਲਕ। ਇਸ ਜੀਵਨ ਤੋਂ ਬਿਨਾਂ ਕੋਈ ਮਰਜ਼ੀ ਨਹੀਂ ਚੱਲਦੀ। ਸਭ ਕਰਮ ਦੇ ਖੇਡ ਵਿੱਚ ਵੱਜ ਕੇ ਚੱਲਣਾ ਪੈਂਦਾ। ਇਨਸਾਨ ਹੈ ਜਿਹਨੂੰ ਇਹ ਸ਼ਕਤੀ ਦਿੱਤੀ ਹੈ। ਇਨਸਾਨ ਲਈ ਇੰਨੇ ਪਦਾਰਥ ਬਣਾਏ ਆ। ਜੇ ਆਪਾਂ ਜ਼ਿਕਰ ਕਰੀਏ 36 ਪਦਾਰਥਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਉਂਦਾ ਹੈ ਵੀ ਇਨਸਾਨ ਦੇ ਭੋਜਨ ਵਾਸਤੇ 36 ਪਦਾਰਥ ਨੇ। ਜੇ ਆਪਾਂ ਵਿਚਾਰ ਕਰੀਏ ਵੀ 36 ਪਦਾਰਥ ਹੁੰਦੇ ਕੀ ਹੈ। ਅੱਜ ਦੇਖੋ ਵੀ 36 ਪ੍ਰਕਾਰ ਦਾ ਪ੍ਰਸ਼ਾਦਾ ਹੋਵੇ। ਕੱਲਾ ਹੀ ਪ੍ਰਸ਼ਾਦਾ 36 ਪ੍ਰਕਾਰ ਦਾ ਇਹ ਪਦਾਰਥ ਨੇ। ਹੁਣ 36 ਪ੍ਰਕਾਰ ਦਾ ਕੀ ਹੈ ਬਹੁਤ ਗਿਣਤੀ ਗਿਣਨ ਲੱਗੀ ਹੈ। ਜਿਵੇਂ ਮਿੱਸਾ ਪ੍ਰਸ਼ਾਦਾ ਵਾ ਕਣਕ ਦਾ ਪ੍ਰਸ਼ਾਦਾ ਔਰ ਮੱਕੀ ਦਾ ਬੇਸਣ ਦਾ ਫਿਰ ਉਹਦੇ ਵਿੱਚ ਦੋੜਾ ਨੇ ਪਰੌਂਠੇ ਨੇ ਬਹੁਤ ਨਾਮ ਹੈ ਗਿਣੀ ਚਲੋ 36 ਪ੍ਰਕਾਰ ਦਾ ਕੇਵਲ ਪ੍ਰਸ਼ਾਦਾ 36 ਪ੍ਰਕਾਰ ਦੇ ਅਚਾਰ 36 ਪ੍ਰਕਾਰ ਦੀਆਂ ਚਟਣੀਆਂ 36 ਪ੍ਰਕਾਰ ਦੇ ਪਦਾਰਥ ਪੀਣ ਲਈ 36 ਪ੍ਰਕਾਰ ਦੀਆਂ ਦਾਲਾਂ ਸਬਜ਼ੀਆਂ। ਇਹ ਗਿਣਤੀ ਤੋਂ ਬਾਹਰ ਹੈ ਜਿਹੜੀ ਇੰਨਾ ਭੋਜਨ ਪਦਾਰਥ ਮਨੁੱਖ ਲਈ ਬਣਾਇਆ ਹੈ। ਉਦੋਂ ਅੱਗੇ ਵੀ ਅਗਲੇ 52 ਵੰਜਨ ਨੇ ਜਾਣੀ ਕਿ ਰਾਜਾ ਮਹਾਰਾਜਿਆਂ ਵਾਲਾ ਭੋਜਨ ਜੀਵ ਮਿਹਨਤ ਕਰੇ ਪ੍ਰਾਪਤ ਕਰ ਸਕਦਾ ਹੈ। ਪਰ ਗੁਰੂ ਜੀ ਕਹਿੰਦੇ ਪਿਆਰਿਓ ਇਹ ਜੀਵਨ ਹੈ ਜਿਹੜਾ ਮਨੁੱਖਾ ਜਨਮ ਹੈ ਉੱਤਮ ਹੈ ਭਾਗਾਂ ਨਾਲ ਮਿਲਿਆ। ਅਸਲੀਅਤ ਇਹਦੇ ਕਾਹਦੇ ਲਈ ਹੈ। ਗੁਰੂ ਜੀ ਕਹਿੰਦੇ ਪਰਮਾਤਮਾ ਨੂੰ ਨਿਰੰਕਾਰ ਨੂੰ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ। ਕਿਉਂਕਿ 84 ਲੱਖ ਜੋਨੀ ਦੇ ਵਿੱਚੋਂ ਸਰਵ ਸ੍ਰੇਸ਼ਟ ਇਹ ਜਨਮ ਹੈ। ਇਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਅਵਰ ਕਾਜ ਦਾ ਮਤਲਬ ਹੈ ਵੀ ਇਹ ਤੋਂ ਬਿਨਾਂ ਕੰਮ ਅਸੀਂ ਆਪਣੇ ਫਰਜ਼ ਅਦਾ ਕਰਨ ਵਾਸਤੇ ਕਰਦੇ ਹਾਂ। ਜਿਵੇਂ ਕਿਰਤ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿਰਤ ਕਰਨ ਵਾਸਤੇ ਹੁਕਮ ਕਰਿਆ। ਜਦੋਂ ਕਿਰਤ ਕਰਾਂਗੇ ਕਮਾਈ ਕਰਾਂਗੇ ਉਹਦਾ ਐਵਜ ਮਿਲੂਗਾ ਕੀ ਮਾਇਆ। ਜਿਹੜੇ ਦੇਸ਼ ਵਿੱਚ ਆਪਾਂ ਰਹਿੰਦੇ ਹਾਂ ਉਸ ਦੇਸ਼ ਦੀ ਕਰੰਸੀ
ਉਸ ਦੇਸ਼ ਦੇ ਵਿੱਚ ਉਹਦੇ ਨਾਲ ਸਾਨੂੰ ਆ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣ ਦਾ ਸਾਧਨ ਹੈ ਜਿਹੜਾ ਪ੍ਰਾਪਤ ਹੋ ਜਾਊਗਾ। ਇਹਦੇ ਨਾਲ ਹੀ ਸਾਧਨ ਹੈ। ਫਿਰ ਫਰਕ ਹੈ, ਜਿਵੇਂ ਸਾਡੇ ਮਾਪੇ ਹੈ ਉਹ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣ ਕਰਦੇ ਆ। ਬੱਚਾ ਛੋਟਾ ਹੁੰਦਾ, ਮਾਪੇ ਉਹਨੂੰ ਚੱਕ ਕੇ ਉਂਗਲ ਫੜ ਕੇ ਦੋਨੋਂ ਹੱਥ ਫੜ ਕੇ ਤੁਰਨਾ, ਬੈਠਣਾ, ਉੱਠਣਾ, ਖਾਣਾ, ਪੀਣਾ, ਪਹਿਨਣਾ, ਬੋਲਣਾ, ਚੱਲਣਾ, ਤੁਰਨਾ ਸਿਖਾ ਦਿੰਦੇ ਆ। ਫਿਰ ਉਹ ਬੱਚਾ ਵੱਡਾ ਹੁੰਦਾ ਜਾਂਦਾ, ਇੱਕ ਤੋਂ ਦੂਜੇ ਸਾਲ ਤੇ ਦੂਜੇ ਤੋਂ ਤੀਜੇ ਨੂੰ ਸਕੂਲ ਦਾਖਲ ਕਰਾਉਂਦੇ ਆ। ਉਹਦੀ ਵਿੱਦਿਆ ਦਾ ਪ੍ਰਬੰਧ ਫਿਰ ਬੜਾ ਹੁੰਦਾ ਜਾਂਦਾ, ਕਾਲਜਾਂ ਯੂਨੀਵਰਸਿਟੀਆਂ ਤੱਕ ਉਹਦੇ ਹਰ ਉਹਦੀ ਲੋੜ ਪੂਰੀ ਕਰਦੇ ਆ। ਪਰ ਇੱਕ ਨਾਲ ਦੀ ਨਾਲ ਫਰਕ ਪੈਂਦਾ ਜਾਂਦਾ। ਬੱਚਾ ਜਿਹੜਾ ਉਹ ਵਿਕਾਸ ਕਰਦਾ ਜਾਂਦਾ, ਵੱਡਾ ਹੁੰਦਾ ਜਾਂਦਾ। ਮਾਪੇ ਕਮਜ਼ੋਰ ਹੁੰਦੇ ਜਾਂਦੇ ਆ, ਬਜ਼ੁਰਗ ਹੁੰਦੇ ਜਾਂਦੇ ਆ। ਇੱਕ ਦਿਨ ਦੋਨੋਂ ਪੱਖ ਹੋ ਜਾਂਦੇ ਆ। ਜਿਵੇਂ ਬੱਚੇ ਤੋਂ ਤੁਰਿਆ ਨਹੀਂ ਸੀ ਜਾਂਦਾ, ਮਾਂ ਬਾਪ ਦੀ ਅਵਸਥਾ ਵੀ ਆ ਜਾਂਦੀ ਹੈ। ਉਹ ਆਪਣੇ ਆਪ ਉੱਠ ਨਹੀਂ ਸਕਦੇ, ਆਪਣੇ ਆਪ ਖੜ ਨਹੀਂ ਸਕਦੇ, ਸਹਾਰਾ ਲੈਣਾ ਪੈਂਦਾ। ਤੇ ਫਿਰ ਤੁਰਨਾ ਤੇ ਪਹਿਲਾਂ ਮਾਪੇ ਵੀ ਇਵੇਂ ਕਰਦੇ ਆ, ਜਦੋਂ ਬੱਚੇ ਨੂੰ ਤੁਰਨਾ ਸਿਖਾਉਂਦੇ ਆ ਉਂਗਲ ਵੀ ਫੜਦੇ ਆ। ਫਿਰ ਉਹਨਾਂ ਦਾ ਹੁੰਦਾ ਵੀ ਆਪੇ ਤੁਰੇ, ਫਿਰ ਉਹਨੂੰ ਗੱਡੀਰਾ ਵਗੈਰਾ ਕੋਈ ਸਾਧਨ ਲੈ ਦਿੰਦੇ ਆ। ਇਹ ਨਹੀਂ ਜਿੰਨਾ ਚਿਰ ਮਾਂ ਬਾਪ ਆਪਣਾ ਆਪ ਚਾਹੁੰਦੇ ਆ, ਫਿਰ ਉਹਨਾਂ ਨੂੰ ਅਸੀਂ ਸਹਾਰਾ ਖੂੰਡੀ ਵਗੈਰਾ ਲੈ ਦਿੰਦੇ ਆ। ਪਰ ਇੱਕ ਦਿਨ ਆਉਂਦਾ ਵਾ ਵੀ ਉਹਦਾ ਵੀ ਸਹਾਰੇ ਨਾਲ ਉਹ ਨਹੀਂ ਚੱਲ ਸਕਦਾ। ਮੈਂ ਇਹ ਕਹਿੰਦਾ ਫਿਰ ਆਪਣਾ ਫਰਜ਼ ਹੈ, ਜਿਵੇਂ ਸਾਡੇ ਮਾਪਿਆਂ ਨੇ ਸਾਨੂੰ ਸਾਂਭਿਆ ਪਾਲਿਆ, ਇਵੇਂ ਅਸੀਂ ਮਾਪਿਆਂ ਦੀ ਸੇਵਾ ਕਰੀਏ, ਫਰਜ਼ ਨਹੀਂ। ਪਰ ਕਹਿੰਦੇ ਜੇ ਨਾਲ ਆਪਾਂ ਧਨ ਕਮਾਉਂਦੇ ਆ, ਕੋਠੀਆਂ, ਬੰਗਲੇ, ਜ਼ਮੀਨਾਂ, ਜਾਇਦਾਦਾਂ, ਗੱਡੀਆਂ, ਮੋਟਰਾਂ, ਇਸ ਦੁਨੀਆ ਦੇ ਮਹਿੰਗੀਆਂ ਪਦਾਰਥ, ਸੋਨਾ, ਚਾਂਦੀ, ਹੀਰੇ, ਮੋਤੀ, ਇਹ ਜਿੰਨਾ ਵੀ ਸਮਾਨ ਹੈ ਕਹਿੰਦੇ ਇਸ ਨਾਲ ਕਿੰਨਾ ਚਿਰ ਮਿਲਦਾ, ਜਿੰਨਾ ਚਿਰ ਸਾਡਾ ਸਰੀਰ ਸਾਥ ਦਿੰਦਾ। ਇੱਕ ਦਿਨ ਆਉਂਦਾ ਸਾਡਾ ਜਿਹੜਾ ਸਰੀਰ ਹੈ ਸਾਡਾ ਸਾਥ ਛੱਡ ਦਿੰਦਾ। ਜਿੰਨੇ ਸਾਡੇ ਕੋਲ ਧਨ ਦੌਲਤਾਂ ਹੈ ਉਹਦਾ ਬਟਵਾਰਾ ਹੋ ਜਾਂਦਾ, ਧੀਆਂ ਪੁੱਤਰਾਂ ਵਿੱਚ ਵੰਡਿਆ ਜਾਂਦਾ। ਪਰ ਅਸੀਂ ਇਸ ਦੁਨੀਆ ਤੋਂ ਕੂਚ ਕਰ ਜਾਂਦੇ ਹਾਂ। ਇੱਥੇ ਬਾਦਸ਼ਾਹ ਕਹਿੰਦੇ ਵੀ ਗਾਂ ਵਾਲਾ ਸਾਧਨ ਤੇਰੇ ਕੋਲ ਹੈਗਾ, ਗਾਹਾਂ ਜਾਣਾ। ਜਿਵੇਂ ਮੈਂ ਦਸਤਾਨ ਦੇਵਾਂ, ਆਪਾਂ ਪੰਜਾਬ ਤੋਂ ਕੋਈ ਆਪਾਂ ਇੱਥੇ ਤਾਂ ਅਮਰੀਕਾ 'ਚ ਬੈਠੇ ਆ, ਆਪਣੇ ਨਾਲ ਕੈਨੇਡਾ ਵੀ ਹੈ, ਹੋਰ ਬਹੁਤ ਦੇਸ਼ ਨੇ। ਜੇ ਆਪਾਂ ਆਪਣੇ ਦੇਸ਼ ਤੋਂ ਆਉਣਾ ਹੋਵੇ, ਇਸ ਦੇਸ਼ ਕੀ ਸਾਧਨ ਚਾਹੀਦਾ? ਜਿਵੇਂ ਪਹਿਲਾਂ ਸਾਡੇ ਦੇਸ਼ ਦੀ ਇਜਾਜ਼ਤ ਵਾਸਤੇ ਤੇ ਸਾਨੂੰ ਸਨਾਖਤ ਵਾਸਤੇ ਸਾਡੇ ਦੇਸ਼ ਦਾ ਪਾਸਪੋਰਟ ਚਾਹੀਦਾ। ਫਿਰ ਜਿਹੜੇ ਦੇਸ਼ ਜਾਣਾ ਉਸ ਦੇਸ਼ ਦਾ ਵੀਜ਼ਾ ਚਾਹੀਦਾ। ਫਿਰ ਸਾਨੂੰ ਕਿਸੇ ਨਾ ਕਿਸੇ 에ਅਰਲਾਈਨ ਦੀ ਟਿਕਟ ਚਾਹੀਦੀ ਹੈ। ਫਿਰ ਜਦੋਂ ਉਤਰਦੇ ਆ ਕੋਈ ਨਾ ਕੋਈ ਸਾਡਾ ਬਾਪ ਮਕਾਰ ਸਾਨੂੰ ਮਿਲੇ ਜਿਹੜਾ ਸਾਨੂੰ ਸਾਡੇ ਟਿਕਾਣੇ ਤੇ ਪਹੁੰਚਾ ਦੇਵੇ। ਤੇ ਗਾਂ ਫਿਰ ਸਾਨੂੰ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ। ਇਸੇ ਤਰ੍ਹਾਂ ਅਸੀਂ ਇਸ ਦੇਸ਼ ਨੂੰ ਜਦੋਂ ਛੱਡ ਕੇ ਜਾਣਾ ਵਾ, ਕੀ ਸਾਡੇ ਕੋਲੇ ਪਹੁੰਚਣ ਵਾਸਤੇ ਟਿਕਾਣਾ ਹੈਗਾ, ਸਾਧਨ ਹੈਗਾ? ਇਹ ਗੁਰਬਾਣੀ ਜਦੋਂ ਪੜਾਂਗੇ, ਵਿਚਾਰਾਂਗੇ, ਫਿਰ ਸਾਨੂੰ ਇਹ ਭੇਦ ਖੁੱਲਣਗੇ ਵੀ ਗਾਂ ਜਾਣ ਵਾਸਤੇ ਸਾਧਨ ਕੀ ਹੈ ਤੇ ਕਿਹੜੇ ਦੇਸ਼ ਵਿੱਚ ਅਸੀਂ ਜਾਣਾ। ਜਿਵੇਂ ਕਿ ਸ਼ਬਦ ਸਵਾਮੀ ਜੀ ਦਾ ਮੈਂ ਰਾਤ ਵੀ ਬੋਲਿਆ ਸੀਗਾ, ਕੁਦਰਤੀ ਸੰਗਤ ਸੀ, ਉਹਦੇ ਵਿੱਚ ਸੀ ਮਨਾ ਜਾਗਰੇ ਖੋਲ ਕੇ ਦੇਖ ਚਸ਼ਮਾ, ਸ਼ਕਤੀ ਨਾਮਦਾਰ ਸੰਸਾਰ ਜਲਦੇ। ਇਸ ਦੁਨੀਆ ਸਹਾਵੇ ਬਾਗ ਵਿੱਚੋਂ ਕਿਹੜੇ ਦੇਸ਼ ਨੂੰ ਹੋਏ ਪਿਆਰ ਜਾਂਦੇ, ਉੱਥੋਂ ਆਣ ਨਾ ਕਿਸੇ ਨੇ ਖਬਰ ਦਿੱਤੀ, ਪਤਾ ਲੱਗੇ ਨਾ ਕਿੱਧਰ ਪਧਾਰ ਜਾਂਦੇ।
ਮੁੜ ਕੇ ਮਿਲਣੇ ਦਾ ਦਰਬਾਰ ਸਿੰਘਾ ਨਹੀਂ ਦੇ ਕੇ ਕੌਣ ਇਕਰਾਰ ਜਾਂਦੀ ਵੀ ਮਨਾ ਇਸ ਦੁਨੀਆ ਚੋਂ ਵੱਡੇ ਵੱਡੇ ਗਏ ਕਿੱਥੇ ਗਏ ਆ, ਕਿਸੇ ਨੇ ਨਹੀਂ ਦੱਸਿਆ ਤੇ ਨਾ ਮੁੜ ਕੇ ਮਿਲੇ ਆ, ਨਾ ਕੋਈ ਵਾਅਦਾ ਕਰਿਆ। ਇਵੇਂ ਹੀ ਇੱਕ ਦਿਨ ਆਪਣਾ ਨੂੰ ਵੀ ਜਾਣਾ ਪੈਣਾ। ਹੁਣ ਜੇ ਜਾਣਾ ਵਾ, ਜੇ ਆਪਾਂ ਗੱਲਾਂ ਸੁਣਾਈਏ, ਵਿਚਾਰਾਂ ਕਰੀਏ ਬਾਣੀ ਵਿੱਚੋਂ, ਤੇ ਕਈ ਸੱਜਣ ਪੁਰਸ਼ ਕਿੰਤੂ ਕਰਦੇ ਆ, ਕਿਉਂਕਿ ਜੇ ਕਹੀਏ ਸਵਰਗ ਹੈ, ਸੱਚਖੰਡ ਹੈ, ਉਹ ਕਹਿੰਦੇ ਐਵੇਂ ਮਾਰ ਜਾ, ਕੁਛ ਨਹੀਂ ਹੈਗਾ, ਸਾਰਾ ਕੁਛ ਇੱਥੇ ਹੀ ਹੈ। ਇਹ ਸਾਡੀਆਂ ਗੱਲਾਂ ਨੇ, ਪਰ ਜਦੋਂ ਬਾਣੀ ਪੜਾਂਗੇ ਇਹਦੇ ਵਿੱਚ ਸਾਰੀ ਜ਼ਿਕਰ ਆਉਂਦੇ ਆ, ਪਰ ਉਹ ਅਸੀਂ ਮੰਨਦੇ ਤਾਂ ਨਹੀਂ। ਪਰ ਜਿੱਦੇ ਮਨੁੱਖ ਕੋਈ ਸਾਡਾ ਬਾਬਾ, ਸਾਡੀ ਦਾਦੀ, ਸਾਡਾ ਪਿਤਾ ਜਾਂ ਕੋਈ ਮਾਤਾ ਇਹ ਦੁਨੀਆ ਦੇ ਵਿੱਚੋਂ ਚਲਿਆ ਜਾਂਦਾ ਹੈ, ਫਿਰ ਅਸੀਂ ਲੋਕਾਂ ਨੂੰ ਇੱਕ ਸੋਗ ਸੰਦੇਸ਼ ਭੇਜਦੇ ਹਾਂ ਵੀ ਸਾਡਾ ਫਲਾਨਾ, ਸਾਡੇ ਪਰਿਵਾਰ ਦਾ ਮੁਖੀ ਜਾਂ ਸਾਡੀ ਮਾਂ ਜਾਂ ਕੋਈ ਰਿਸ਼ਤੇ ਨਾਤੇ ਵਿੱਚੋਂ ਸਰੀਰ ਛੱਡ ਗਿਆ, ਆਤਮਿਕ ਤੌਰ ਤੇ ਅਡਾਰੀ ਮਾਰ ਗਿਆ, ਤੇ ਉਹਦੇ ਕਿਰਿਆ ਕਰਨ ਵਾਸਤੇ ਅਸੀਂ ਫਲਾਣੇ ਦਿਨ ਗੁਰਬਾਣੀ ਦਾ ਅਖੰਡ ਪਾਠ ਜਾਂ ਸਹਿਜ ਪਾਠ ਕਰਾਉਣਾ, ਤੇ ਉਹਦੇ ਵਿੱਚ ਤੁਸੀਂ ਸ਼ਾਮਲ ਹੋਇਓ। ਉਹ ਜਿਹੜਾ ਸੋਗ ਸੰਦੇਸ਼ ਹੁੰਦਾ ਹੈ, ਉਹਦੇ ਉੱਤੇ ਆਪਾਂ ਸਾਰੇ ਲਿਖ ਦਿੰਦੇ ਹਾਂ। ਕੀ ਲਿਖਦੇ ਆ ਭਣਾ? ਫਲਾਨਾ ਉਹਦਾ ਨਾਮ, ਫਲਾਨੀ ਮਾਤਾ ਦਾ ਨਾਮ, ਕੀ ਲਿਖਦੇ ਆ? ਸਵਰਗਵਾਸੀ ਹੋ ਗਏ। ਜਾਣੀ ਕਿ ਅਸੀਂ ਕਹਿੰਦੇ ਆ ਵੀ ਉਹ ਸਵਰਗਾਂ ਤੇ ਜਾ ਕੇ ਵੱਸ ਗਏ। ਜਿਵੇਂ ਆਪਾਂ ਕਹਿੰਦੇ ਨਾ ਅਮਰੀਕਾ ਦਾ ਵਾਸੀ ਆ, ਕੈਨੇਡਾ ਦਾ ਵਾਸੀ ਆ, ਅਸੀਂ ਲਿਖਦੇ ਆ ਉੱਥੇ ਵੀ ਇਹ ਸਵਰਗਵਾਸੀ ਹੋ ਗਿਆ ਨੇ। ਜਿਹੜੇ ਬਹੁਤੇ ਜਾਣੀ ਦੀ ਗਿਆਨੀ ਲੋਕ ਲਿਖ ਦਿੰਦੇ ਸੱਚਖੰਡ ਵਾਸੀ ਹੋ ਗਿਆ, ਬਈ ਉਹ ਸੱਚਖੰਡ ਚ ਚਲਿਆ ਗਿਆ। ਸਵਰਗ ਕੀ ਹੈ, ਸੱਚਖੰਡ ਕੀ ਹੈ, ਇਹ ਗੁਰਬਾਣੀ ਪੜਾਂਗੇ, ਇਹਦੇ ਚ ਸਾਰੇ ਗੁਰਪੁਰੀ ਔਰ ਦੇਵਪੁਰੀ, ਸਵਰਗ, ਸੱਚਖੰਡ, ਇਹਦਾ ਸਾਰਿਆਂ ਦਾ ਜ਼ਿਕਰ ਆਉਂਦਾ, ਵਿੱਚ ਨਰਕਾਂ ਦਾ ਵੀ ਜ਼ਿਕਰ ਆਉਂਦਾ, ਬਾਅਦ ਵਿੱਚ ਬੰਦੇ ਦੇ ਜਨਮ ਦਾ ਵੀ ਜ਼ਿਕਰ ਆਉਂਦਾ ਵੀ ਉਹਦਾ ਜਨਮ ਕਿਹੋ ਜਿਹਾ ਕਰਮ ਹੈ, ਉਹਨੂੰ ਕਿਹੋ ਜਿਹਾ ਜਨਮ ਮਿਲ ਜਾਂਦਾ। ਇਹ ਜਾਣੀ ਦੀ ਗੁਰਬਾਣੀ ਸਾਨੂੰ ਸਾਰਾ ਕੁਝ ਸਮਝਾਉਂਦੀ ਆ ਵੀ ਜੀਵ, ਜੇ ਤੂੰ ਆਹ ਕਰਮ ਕਰੇਗਾ ਤਾਂ ਇੱਥੇ ਜਾਏਗਾ, ਜੇ ਤੂੰ ਆਹ ਕਰਮ ਕਰੇਗਾ ਤੂੰ ਇੱਥੇ ਤੱਕ ਪਹੁੰਚੇਗਾ, ਜੇ ਤੇਰੀ ਆਹ ਅਪਰੋਚ ਹੋਊਗੀ ਤੇਰੀ ਇੱਥੇ ਹੋਊਗੀ। ਇੱਕ ਆਪਾਂ ਕਹਿੰਦੇ ਮੁਕਤ ਹੋ ਗਿਆ। ਮੁਕਤ ਦਾ ਮਤਲਬ ਹੈ ਵੀ ਸਾਰੀਆਂ ਜੂਨਾਂ ਵਿੱਚੋਂ, ਸੁਰਗਾਂ ਚੋਂ, ਸੱਚਖੰਡ ਤੋਂ ਗਾਂਹ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਕੇ ਨਿਵਾਸ ਗਿਆ। ਇੱਕ ਉਦੋਂ ਗਾਹਾਂ ਗਿਆਨੀ ਲੋਕ ਕਹਿੰਦੇ ਜੀ ਉਹ ਬ੍ਰਹਮ ਲੀਨ ਹੋ ਗਿਆ, ਜਾਣੀ ਕਿ ਪਰਮਾਤਮਾ ਦੇ ਵਿੱਚ ਸਮਾ ਗਿਆ। ਇਹਨੂੰ ਪੂਰਨ ਮੁਕਤੀ ਕਹਿੰਦੇ ਆ। ਇਹ ਜਿਵੇਂ ਆਪਾਂ ਬਾਣੀ ਨਾਲ ਜੁੜੇ ਆ, ਇਹ ਗੁਰਬਾਣੀ ਵਿੱਚ ਦਸਤਾਰ ਨੇ। ਹੁਣ ਗੁਰੂ ਜੀ ਸਾਡਾ ਮਾਰਗ ਦਰਸ਼ਨ ਕਰਦੇ ਆ ਵੀ ਹੇ ਪਿਆਰੇ, ਹੇ ਜੀਵ, ਇਹ ਤੈਨੂੰ ਜੀਵਨ ਮਿਲਿਆ, ਇਸ ਜੀਵਨ ਦੇ ਵਿੱਚ ਜੇ ਤੂੰ ਸਹੀ ਢੰਗ ਦੇ ਨਾਲ ਪ੍ਰਾਪਤੀ ਕਰੇਗਾ, ਤੇਰਾ ਲੋਕ ਤੇ ਤੇਰਾ ਪਰਲੋਕ ਦੋਨੋਂ ਸਫਲ ਹੋ ਜਾਣਗੇ। ਇਹ ਨਾ ਹੋਵੇ ਬਈ ਤੂੰ ਲੋਕ ਸਵਾਰਦਾ ਪਰਲੋਕ ਵਿਗਾੜਨੇ। ਇੱਥੇ ਸੁੱਖ ਸਾਧਨ ਪੂਰੇ ਹੋਣ, ਇੱਥੇ ਠਾਠ ਬਾਠ ਪੂਰੀ ਹੋਵੇ, ਇੱਥੇ ਸਾਰੀਆਂ ਖੁਸ਼ੀਆਂ ਦੇ ਸਾਧਨ ਹੋਣ, ਪਰ ਜਦੋਂ ਤੂੰ ਗਾਂਹ ਜਾਵੇਂ ਤੇਰੇ ਪੱਲੇ ਕੁਛ ਵੀ ਨਾ ਹੋਵੇ। ਇਸ ਲਈ ਤੂੰ ਦੋਨੋਂ ਪੱਖ ਦੇਖ ਕੇ ਚੱਲਣਾ ਵੀ ਇੱਥੇ ਵੀ ਤੇਰੀ ਜੀਵਨ ਵਧੀਆ ਹੋਵੇ ਤੇ ਗਾਂਹ ਵੀ ਤੇਰਾ ਜੀਵਨ ਵਧੀਆ, ਗੁਰੂ ਦੀ ਸ਼ਰਨ ਵਿੱਚ ਰਵੇ। ਹੁਣ ਆਪਾਂ ਕਈ ਸੱਜਣ ਕਹਿਣਗੇ ਜੀ ਇਹਨੂੰ ਗੁਰੂ ਚਰਨਾਂ ਵਿੱਚ ਨਿਵਾਸ ਦੇ ਦਿਓ। ਇਹ ਆਪਣੀਆਂ ਗੱਲਾਂ ਨੇ ਦੁਨਿਆਵੀ। ਜਿਹੜਾ ਬੰਦਾ ਜਿਉਂਦਾ ਕਦੇ ਗੁਰੂ ਚਰਨਾਂ ਚ ਆਇਆ ਹੀ ਨਹੀਂ, ਮਰ ਕੇ ਕਿਵੇਂ ਨਿਵਾਸ ਮਿਲੂਗਾ? ਪ੍ਰਾਪਤੀ ਹੈ। ਹੁਣ ਜਿਉਂਦਾ ਬੰਦਾ, ਉਹਨੇ ਕਦੇ ਇਹ ਯਤਨ ਹੀ ਨਹੀਂ ਕਰਿਆ ਵੀ ਮੈਂ ਗੁਰੂ ਦੇ, ਆਪਾਂ ਹੁਣ ਗੁਰੂ ਦੇ ਚਰਨਾਂ ਵਿੱਚ ਬੈਠੇ ਆ ਨਾ, ਇਹ ਸਾਡੇ ਦਸਾਂ ਗੁਰੂਆਂ ਦੀ ਆਤਮਿਕ ਜੋਤ ਸ਼ਬਦ ਗੁਰੂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ। ਆਪਾਂ ਇਹਨਾਂ ਦੇ ਚਰਨਾਂ ਵਿੱਚ ਬੈਠੇ ਆ, ਤੇ ਜੇ ਇੱਥੇ ਬੈਠੇ ਆ ਗੁਰੂ ਦੇ ਬਚਨ ਸੁਣਾਂਗੇ, ਗੁਰੂ ਦੀ ਬਾਣੀ ਸੁਣਾਂਗੇ, ਗੁਰੂ ਦਾ ਇਤਿਹਾਸ ਸੁਣਾਂਗੇ, ਗੁਰੂ ਦੇ ਸਿੱਖਾਂ ਦਾ ਭਗਤਾਂ ਦਾ ਜੀਵਨ ਸੁਣਾਂਗੇ,
ਫਿਰ ਸਾਡੇ ਮਨ ਵਿੱਚ ਵਿਚਾਰ ਆਊਗੀ ਆਪਾਂ ਵੀ ਆਹ ਕੰਮ ਐਂ ਕਰ ਲਈਏ। ਪਤਾ ਨਹੀਂ ਸਮਾਂ ਕਿੰਨਾ ਵਾ ਤੇ ਕਦੋਂ ਪੂਰਾ ਹੋ ਜਾਣਾ। ਇਹ ਜਦੋਂ ਬੰਦਾ ਸੋਚਣ ਲੱਗ ਜਾਂਦਾ ਹੈ ਫਿਰ ਬੰਦਾ ਸ਼ੁਭ ਕਰਮ ਕਰਦਾ, ਤੇ ਉਹ ਜਿਹੜੇ ਸ਼ੁਭ ਕਰਮ ਹੈ ਜਿਹੜੇ ਲੋਕ ਕਰਦੇ ਆ ਕਿਵੇਂ ਕਰਦੇ ਆ, ਉਹਦੀ ਪੂਰਤੀ ਕਿਵੇਂ ਹੁੰਦੀ ਹੈ। ਆਓ ਇੱਕ ਗੁਰੂ ਬਾਣੀ ਦਾ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ। ਅੱਜ ਨੂੰ ਸਾਨੂੰ ਚਿੰਤਾ ਲੱਗ ਜਾਂਦੀ ਹੈ ਜਦੋਂ ਗੱਲਾਂ ਸੁਣਦੇ ਆ ਵੀ ਹੁਣ ਬਣੂਗਾ ਕੀ।